ਹੁਣ ਤੱਕ ਆਪ ਜੀ ਨੇ 54 ਸਵਈਆਂ ਦੀ ਵਿਚਾਰ ਸਰਵਣ ਕੀਤੀ ਹੈ। ਇਸ ਤੋਂ ਅੱਗੇ ਹੁਣ 4 ਸਵਈਏ ਭੱਟ ਕੀਰਤ ਜੀ ਦੇ ਉਚਾਰਨ ਕੀਤੇ ਹੋਏ ਆਉਣਗੇ। ਉਸ ਤੋਂ ਅੱਗੇ 2 ਸਵਈਏ ਭੱਟ ਸੱਲ ਜੀ ਦੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦੀ ਸੇਵਾ ਸਿਮਰਨ ਬੰਦਗੀ ਦਾ ਜ਼ਿਕਰ ਕਰਦੇ ਨੇ। ਸਤਿਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਰਹਿ ਕੇ ਆਪ ਜੀ ਨੇ ਹੁਕਮ ਮੰਨ ਕੇ ਸ਼ਬਦ ਦੀ ਕਮਾਈ ਕਰਕੇ, ਸਿਮਰਨ ਕਰਕੇ, ਸੇਵਾ ਕਰਕੇ ਗੁਰਤਾ ਗੱਦੀ ਦੀ ਵਡਿਆਈ ਨੂੰ ਪ੍ਰਾਪਤ ਕੀਤਾ। ਗੁਰਿਆਈ ਨੂੰ ਪ੍ਰਾਪਤ ਕਰਕੇ ਨਾਮਦਾਨ ਦੀ ਦਾਤ ਬਖਸ਼ ਕੇ ਸੰਸਾਰ ਦੇ ਲੋਕਾਂ ਨੂੰ ਤਾਰਿਆ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋੜਿਓ ਪਾਸ। ਭੱਟ ਕੀਰਤ ਜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਿਫਤ ਕਰਦੇ ਹੈ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ। ਜਿਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਸ਼ਬਦ ਦੀ ਕਮਾਈ ਕਰਕੇ ਪਰਮ ਪਦਵੀ ਨੂੰ, ਆਤਮ ਪਦਵੀ ਨੂੰ ਪ੍ਰਾਪਤ ਕੀਤਾ। ਗੁਰੂ ਅਮਰਦਾਸ ਮਹਾਰਾਜ ਜੀ ਜੋ ਵੀ ਹੁਕਮ ਕਰਦੇ ਸਨ, ਧੰਨ ਗੁਰੂ ਰਾਮਦਾਸ ਮਹਾਰਾਜ ਸੀਸ ਝੁਕਾ ਕੇ ਝੱਟ ਹੀ ਉਸ ਹੁਕਮ ਨੂੰ ਮੰਨਦੇ। ਸਦਾ ਗੁਰੂ ਦੀ ਸੇਵਾ ਕਰਦੇ ਰਹੇ, ਸਿਮਰਨ ਕਰਦੇ ਰਹੇ। ਵੱਡੀ ਵਡਿਆਈ ਆਪ ਜੀ ਨੂੰ ਮਿਲੀ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ, ਸੇਵਾ ਕਰਤ ਨਾ ਛੋੜਿਓ ਪਾਸ। ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕਰਦਿਆਂ ਹੋਇਆਂ ਆਪ ਜੀ ਨੇ ਗੁਰੂ ਅਮਰਦਾਸ ਜੀ ਦਾ ਸਾਥ ਨਹੀਂ ਛੱਡਿਆ। ਸਦਾ ਹੀ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਰਹੇ। ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰੋ, ਦੁਖ ਦਰਿਦਰ ਅੰਧਿਆਰ ਕੋ ਨਾਸ। ਤਾਤੇ ਉਸੇ ਸੇਵਾ ਦੀ ਬਰਕਤ ਕਰਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗਿਆਨ ਦਾ ਪ੍ਰਕਾਸ਼ ਹੋਇਆ। ਗੌਹਰ ਦਾ ਆਖਰੀ ਅਰਥ ਹੁੰਦਾ ਮੋਤੀ। ਤਾਤੇ ਗੌਹਰ ਗਿਆਨ ਪ੍ਰਗਟ ਉਜਿਆਰੋ। ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕੀਤੀ। ਉਸ ਸੇਵਾ ਤੋਂ ਗਿਆਨ ਰੂਪੀ ਮੋਤੀ ਪ੍ਰਗਟ ਹੀ ਉਜਿਆਰੋ ਪ੍ਰਕਾਸ਼ਿਤ ਹੋਇਆ। ਗੁਰੂ ਰਾਮਦਾਸ ਮਹਾਰਾਜ ਜੀ ਦੇ ਹਿਰਦੇ ਦੇ ਵਿੱਚ ਗਿਆਨ ਰੂਪੀ ਮੋਤੀ ਨੇ ਉਜਾਲਾ ਕੀਤਾ। ਪ੍ਰਗਟ ਹੀ ਗਿਆਨ ਰੂਪ ਮੋਤੀ ਹਿਰਦੇ ਵਿੱਚ ਪ੍ਰਕਾਸ਼ਿਤ ਹੋਇਆ। ਕਵ ਕੀਰਤ ਜੋ ਸੰਤ ਚਰਨ ਮੂਹ ਲਗ ਹੈ, ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤਰਾਸ। ਦੁਖ ਦਰਿਦਰ ਅੰਧਿਆਰ ਕੋ ਨਾਸ। ਦੁੱਖ ਜਨਮ ਮਰਨ ਦਾ ਦੁੱਖ ਔਰ ਦਲਿੱਦਰ ਤੇ ਅਗਿਆਨਤਾ ਦੇ ਹਨੇਰੇ ਦਾ ਨਾਸ਼ ਹੋ ਗਿਆ। ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ, ਹੁਕਮ ਮੰਨ ਕੇ, ਸਿਮਰਨ ਕਰਦਿਆਂ ਹੋਇਆਂ ਦੁੱਖ ਦਲਿੱਦਰ ਅਗਿਆਨਤਾ ਦੇ ਹਨੇਰੇ ਦਾ ਨਾਸ਼ ਹੋ ਗਿਆ। ਕਵ ਕੀਰਤ ਜੋ ਸੰਤ ਚਰਨ ਮੁੜ ਲੱਗ ਹੈ। ਭੱਟ ਕੀਰਤ ਜੀ ਕਥਨ ਕਰਦੇ ਹੈ, ਕਵੀ ਕੀਰਤ ਜੀ, ਕਿ ਜੋ ਵੀ ਮਨੁੱਖ ਸ਼ਾਂਤ ਆਤਮਾ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨੀ ਲੱਗਦੇ ਨੇ। ਕਿਵੇਂ? ਮੁੜ ਸੰਸਾਰ ਵੱਲੋਂ ਮੁੜ ਕੇ, ਸੰਸਾਰ ਵੱਲ ਆਪਣੇ ਚਿੱਤ ਦੀ ਬਿਰਤੀ ਨੂੰ ਨਹੀਂ ਜੋੜਦੇ। ਜੋ ਸੰਸਾਰ ਵੱਲੋਂ ਚਿੱਤ ਦੀ ਬਿਰਤੀ ਨੂੰ ਹਟਾ ਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨੀ ਲੱਗਦੇ ਹੈ, ਉਹਨਾਂ ਨੂੰ ਕਾਮ ਕ੍ਰੋਧ ਅਤੇ ਜਮਾਂ ਦਾ ਕੋਈ ਡਰ ਨਹੀਂ ਰਹਿੰਦਾ। ਸਾਰੇ ਡਰ ਉਹਨਾਂ ਦੇ ਮੁੱਕ ਜਾਂਦੇ ਹਨ। ਜਿਵ ਅੰਗਦ ਅੰਗ ਸੰਗ ਨਾਨਕ ਗੁਰ, ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ। ਜਿਵ ਅੰਗਦ ਅੰਗ ਸੰਗ ਨਾਨਕ ਗੁਰ। ਜਿਵੇਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ
ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਰਹੇ, ਅੰਗ ਸੰਗ ਰਹੇ ਗੁਰੂ ਨਾਨਕ ਸਾਹਿਬ ਜੀ ਦੇ। ਸਤਿਗੁਰੂ ਦਾ ਹਰ ਹੁਕਮ ਮੰਨਿਆ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਅਖੀਰ ਆਪਣੇ ਅੰਗਾਂ ਨਾਲ ਲਾ ਕਰਕੇ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਬਣਾ ਦਿੱਤਾ, ਗੁਰਿਆਈ ਦੀ ਦਾਤ ਬਖਸ਼ ਦਿੱਤੀ। ਤਿਵ ਗੁਰ ਅਮਰਦਾਸ ਕੈ ਗੁਰ ਰਾਮਦਾਸ। ਜਿਵੇਂ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਰਹੇ, ਇਸੇ ਤਰ੍ਹਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਦੇ ਨਾਲ ਰਹੇ। ਸਤਿਗੁਰੂ ਦੀ ਪਾਵਨ ਹਜ਼ੂਰੀ ਵਿੱਚ ਰਹਿ ਕਰਕੇ ਸੇਵਾ ਕੀਤੀ। ਜਿਨ ਸਤਿਗੁਰੂ ਸੇਵ ਪਦਾਰਥ ਪਾਇਓ, ਨਿਸਵਾਸੁਰ ਹਰਿ ਚਰਨ ਨਿਵਾਸ। ਜੇ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਕਰਕੇ ਨਾਮ ਪਦਾਰਥ, ਮੋਖ ਪਦਾਰਥ, ਗਿਆਨ ਪਦਾਰਥ ਇਹ ਇਤਿਆਦਿਕ ਪਦਾਰਥ ਨੂੰ ਪ੍ਰਾਪਤ ਕੀਤਾ। ਜਿਨ ਸਤਿਗੁਰ ਸੇਵ ਪਦਾਰਥ ਪਾਇਓ, ਨਿਸਵਾਸੁਰ ਹਰਿ ਚਰਨ ਨਿਵਾਸ। ਦਿਨੇ ਰਾਤ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਵਿੱਚ ਧੰਨ ਗੁਰੂ ਰਾਮਦਾਸ ਜੀ ਆਪ ਜੀ ਦਾ ਵਾਸਾ ਹੈ। ਤਾਤੇ ਸੰਗਤ ਸਗਨ ਪਾਏ ਪਉ ਮਨੈ, ਤੁਮ ਲਿਆਗਰ ਪ੍ਰਗਟ ਸੁਵਾਸ। ਗੁਰੂ ਰਾਮਦਾਸ ਮਹਾਰਾਜ ਆਪ ਜੀ ਨੇ ਸੇਵਾ ਕਰਕੇ ਪ੍ਰੇਮ ਪਦਾਰਥ ਨੂੰ ਪਾਇਆ। ਸਦਾ ਹਰੀ ਦੇ ਚਰਨਾਂ ਵਿੱਚ ਆਪ ਦਾ ਵਾਸਾ ਹੈ। ਤਾਂ ਤੇ ਇਸੇ ਦੇ ਫਲ ਸਰੂਪ ਭਾਵ ਇਸੇ ਹੀ ਬਰਕਤ ਕਰਕੇ ਸੰਗਤ ਸਗਨ ਭਾਏ ਭਉ ਮਨ ਹੈ। ਬੇਅੰਤ ਸੰਗਤਾਂ ਪ੍ਰੇਮ ਦੇ ਸਹਿਤ ਹਿਰਦੇ ਵਿੱਚ ਨਿਰਮਲ ਭਾਉ ਦੇ ਨਾਲ ਆਪ ਜੀ ਨੂੰ ਸਤਿਗੁਰੂ ਮੰਨਦੀਆਂ ਹਨ। ਸਾਰੀਆਂ ਸੰਗਤਾਂ ਆਪ ਜੀ ਨੂੰ ਪੂਜਦੀਆਂ ਹਨ, ਅਥਵਾ ਸਾਰੀ ਸੰਗਤ ਜੋ ਬਹੁਤੇ ਗੁਣਾਂ ਵਾਲੀ ਹੈ, ਭਾਏ ਪ੍ਰੇਮ ਪੂਰਵਕ ਤੇ ਭਉ ਨਿਰਮਲ ਭਉ ਦੇ ਸਹਿਤ ਹੋ ਕੇ ਆਪ ਜੀ ਨੂੰ ਮੰਨਦੀਆਂ ਹਨ। ਤੁਮ ਮਲਿਆਗਰ ਪ੍ਰਗਟ ਸੁਬਾਸ। ਗੁਰੂ ਰਾਮਦਾਸ ਮਹਾਰਾਜ ਆਪ ਜੀ ਪ੍ਰਗਟ ਹੀ ਸ੍ਰੇਸ਼ਟ ਭਗਤੀ ਦੀ ਖੁਸ਼ਬੂ ਰੂਪ ਬਾਵਨ ਚੰਦਨ ਹੋ। ਮਲਿਆਗਰ ਬਾਵਨ ਚੰਦਨ, ਜਿਵੇਂ ਉਹ ਸੁਗੰਧੀ ਵੰਡਦਾ ਹੈ, ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਪ੍ਰਗਟ ਹੀ ਭਗਤੀ ਰੂਪ ਸੁਗੰਧੀ ਵੰਡਣ ਵਾਲੇ ਹੋ। ਮਲਿਆਗਰ ਆਪ ਬਾਵਨ ਚੰਦਨ ਹੋ। ਧਰੂ ਪ੍ਰਹਿਲਾਦ ਕਬੀਰ ਤਲੋਚਨ ਨਾਮ ਲੈ, ਉਪਜਿਓ ਜੋ ਪ੍ਰਗਾਸ। ਧਰੂ ਪ੍ਰਹਿਲਾਦ ਕਬੀਰ ਤਿਲੋਚਨ। ਭਗਤ ਧਰੂ ਜੀ, ਭਗਤ ਪ੍ਰਹਿਲਾਦ ਜੀ, ਭਗਤ ਕਬੀਰ ਜੀ, ਭਗਤ ਤ੍ਰਿਲੋਚਨ ਜੀ, ਇਹਨਾਂ ਸਾਰਿਆਂ ਨੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ। ਉਪਜਿਓ ਜੋ ਪ੍ਰਗਾਸ। ਇਹਨਾਂ ਦੇ ਹਿਰਦੇ ਦੇ ਵਿੱਚ ਜੋ ਪ੍ਰਕਾਸ਼ ਹੋਇਆ, ਚਾਨਣਾ ਹੋਇਆ, ਉਹ ਨਾਮ ਸਿਮਰਦਿਆਂ ਹੀ ਹੋਇਆ। ਜਿਸ ਪਰਮੇਸ਼ਰ ਦਾ ਨਾਮ ਸਿਮਰਿਆ ਗੁਰੂ ਰਾਮਦਾਸ ਜੀ ਆਪ ਉਸੇ ਦਾ ਸਵਰੂਪ ਹੋ। ਜਿਹੇ ਪਿਖਤ ਅਤ ਹੋਏ ਰਹਿਸ ਮਨ, ਸੋਈ ਸੰਤ ਸਹਾਰ ਗੁਰੂ ਰਾਮਦਾਸ। ਜਿਹੇ ਪਿਖਤ ਅਤ ਹੋਏ ਰਹੱਸ ਮਨ। ਜਿਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਵੇਖਦਿਆਂ, ਆਪ ਜੀ ਦੇ ਦਰਸ਼ਨ ਕਰਦਿਆਂ ਹੋਇਆਂ ਮਨ ਵਿੱਚ ਰਹੱਸ ਖੇੜਾ ਪੈਦਾ ਹੋ ਜਾਂਦਾ ਹੈ, ਆਨੰਦ ਪੈਦਾ ਹੋ ਜਾਂਦਾ ਹੈ। ਸੋਈ ਸੰਤ ਸਹਾਰ ਗੁਰੂ ਰਾਮਦਾਸ। ਗੁਰੂ ਰਾਮਦਾਸ ਮਹਾਰਾਜ ਆਪ ਜੀ ਸੋਈ ਸ਼ੋਭਾ ਵਾਲੇ ਔਰ ਸੰਤ ਜਨਾਂ ਦੇ ਸਹਾਰ ਸਦਾ ਹੀ ਆਸਰਾ ਰੂਪ ਹੋ। ਜਿਸ ਆਪ ਜੀ ਦੇ ਦਰਸ਼ਨ ਕਰਕੇ ਮਨ ਵਿੱਚ ਖੇੜਾ ਪੈਦਾ ਹੋ ਜਾਂਦਾ ਹੈ, ਮਨ ਦੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ, ਮਨ ਆਨੰਦ ਦੇ ਸਹਿਤ ਹੋ ਜਾਂਦਾ। ਸੱਚੇ ਪਾਤਸ਼ਾਹ ਆਪ ਉਹੀ ਸਰੂਪ ਹੋ, ਸੰਤ ਜਨਾਂ ਦਾ ਸਦਾ ਆਸਰਾ ਹੋ। ਨਾਨਕ ਨਾਮ ਨਿਰੰਜਣ ਜਾਣਿਓ, ਕੀਨੀ ਭਗਤ ਪ੍ਰੇਮ ਲਵਲਾਈ। ਭੱਟ ਕੀਰਤ ਜੀ ਅੱਗੇ ਕਥਨ ਕਰਦੇ ਐ, ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਿਰੰਜਨ, ਮਾਇਆ ਦੀ ਕਾਲਖ ਤੋਂ ਰਹਿਤ, ਜਿਸ ਦੇ ਉੱਤੇ ਕੋਈ ਮਾਇਆ ਦਾ ਪ੍ਰਭਾਵ ਨਹੀਂ, ਵਾਹਿਗੁਰੂ ਪਰਮਾਤਮਾ। ਨਾਨਕ ਨਾਮ ਨਿਰੰਜਨ ਜਾਣਿਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਾਇਆ ਦੀ ਕਾਲਖ ਤੋਂ ਰਹਿਤ ਪਰਮਾਤਮਾ ਦੇ ਨਾਮ ਨੂੰ ਚੰਗੀ ਤਰ੍ਹਾਂ ਜਾਣਿਆ। ਕੀਨੀ ਭਗਤ ਪ੍ਰੇਮ ਲਿਵ ਲਾਈ। ਵਾਹਿਗੁਰੂ ਪਰਮਾਤਮਾ ਦੀ ਭਗਤੀ ਪ੍ਰੇਮ ਸਹਿਤ
ਲਿਵ ਲਾ ਕਰਕੇ ਕੀਤੀ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਵ ਰਖਾਈ। ਤਾ ਤੇ ਤਿਸ ਆਪ ਜੀ ਤੋਂ, ਭਾਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ, ਗੁਰੂ ਅੰਗਦ ਦੇਵ ਮਹਾਰਾਜ ਜੀ ਆਪ ਜੀ ਦੇ ਨਾਲ ਰਹਿ ਕੇ, ਆਪ ਜੀ ਦੇ ਅੰਗਾਂ ਦੇ ਨਾਲ ਲੱਗ ਕਰਕੇ ਸ਼ੁਭ ਗੁਣਾਂ ਦੇ ਸਮੁੰਦਰ ਹੋਏ। ਭਾਈ ਲਹਿਣੇ ਨੇ ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰ ਰਹਿ ਕੇ ਸੇਵਾ ਕੀਤੀ। ਬਾਬਾਣੇ ਘਰ ਚਾਨਣ ਲਹਿਣਾ, ਹਰ ਹੁਕਮ ਗੁਰੂ ਨਾਨਕ ਸਾਹਿਬ ਜੀ ਦਾ ਮੰਨਿਆ। ਅਖੀਰ ਜਦੋਂ ਕਿਹਾ ਮੁਰਦਾ ਖਾ, ਖਾਣ ਲੱਗੇ ਕੱਪੜਾ ਚੱਕਿਆ, ਕੜਾ ਪ੍ਰਸ਼ਾਦ ਦੀ ਦੇਗ ਸੀ। ਮੇਰੇ ਹਜ਼ੂਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਰੀਰ ਦੇ ਅੰਗਾਂ ਨਾਲ ਲਾਇਆ, ਗਲਵਕੜੀ ਵਿੱਚ ਲਿਆ, ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਬਣਾ ਦਿੱਤਾ। ਤੁਠੇ ਪ੍ਰਸੰਨ ਹੋਏ, ਗੁਰਿਆਈ ਦੀ ਦਾਤ ਬਖਸ਼ੀ। ਸੋ ਭੱਟ ਕੀਰਤ ਜੀ ਕਥਨ ਕਰਦੇ ਨੇ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੁਕਮ ਮੰਨ ਕੇ, ਸੰਗਤ ਕਰਕੇ, ਸਤਿਗੁਰੂ ਦੇ ਅੰਗਾਂ ਨਾਲ ਲੱਗ ਕੇ ਗੁਰੂ ਅੰਗਦ ਦੇਵ ਸਾਇਰ, ਸਾਇਰ ਦਾ ਅਰਥ ਹੁੰਦਾ ਸਮੁੰਦਰ, ਸ਼ੁਭ ਗੁਣਾਂ ਦੇ ਸਮੁੰਦਰ ਰੂਪ ਹੋਏ। ਸ਼ਬਦ ਸੁਰਤ ਕੀ ਨੀਵ ਰਖਾਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਸ਼ਬਦ ਵਿੱਚ ਸੁਰਤ ਜੋੜਨ ਦੀ ਨੀਂਹ ਰੱਖੀ ਹੈ। ਅਥਵਾ ਸ਼ਬਦ ਬ੍ਰਹਮ ਦੇ ਵਿੱਚ ਜੋ ਸੁਰਤ ਲਾਉਣੀ, ਇਹ ਨੀਂਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਰੱਖੀ। ਗੁਰੂ ਦੇ ਸ਼ਬਦ ਉਪਦੇਸ਼ ਦੇ ਵਿੱਚ ਸੁਰਤ ਜੋੜਨ ਦੀ ਨੀਂਹ ਰੱਖ ਦਿੱਤੀ ਗੁਰੂ ਅੰਗਦ ਦੇਵ ਜੀ ਨੇ। ਦਰਸਾ ਦਿੱਤਾ ਸੰਸਾਰ ਨੂੰ ਵੀ ਕਿਵੇਂ ਹੁਕਮ ਮੰਨੀਦਾ ਹੈ। ਮਹਾਰਾਜ ਦਾ ਹਰ ਸ਼ਬਦ ਉਪਦੇਸ਼ ਹੁਕਮ ਗੁਰੂ ਨਾਨਕ ਸਾਹਿਬ ਜੀ ਦਾ, ਧੰਨ ਗੁਰੂ ਅੰਗਦ ਦੇਵ ਜੀ ਨੇ ਮੰਨਿਆ। ਸੋ ਨੀਂਹ ਰੱਖ ਦਿੱਤੀ ਸ਼ਬਦ ਤੇ ਸੁਰਤ ਦੀ, ਵੀ ਸੁਰਤ ਸ਼ਬਦ ਦੇ ਵਿੱਚ ਜੋੜਨੀ ਹੈ, ਹੁਕਮ ਮੰਨਣਾ ਹੈ। ਇਹ ਨੀਂਹ ਗੁਰੂ ਅੰਗਦ ਦੇਵ ਜੀ ਨੇ ਰੱਖੀ ਹੈ। ਦੂਜਾ ਪਾਠ ਵਿਦਵਾਨ ਇਸ ਤਰ੍ਹਾਂ ਵੀ ਕਰਦੇ ਹੈ, ਸ਼ਬਦ ਸੁਰਤ ਕੀਨੀ ਵਰਖਾਈ, ਵੀ ਸ਼ਬਦ ਸੁਰਤ ਦਾ ਮੀਂਹ ਵਰਾ ਦਿੱਤਾ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ। ਸੋ ਮੂਲ ਪਾਠ ਇਹੀ ਹੈ, ਸ਼ਬਦ ਸੁਰਤ ਕੀ ਨੀਵ ਰਖਾਈ। ਸ਼ਬਦ ਵਿੱਚ ਸੁਰਤ ਜੋੜਨ ਦੀ ਨੀਂਹ ਗੁਰੂ ਅੰਗਦ ਦੇਵ ਜੀ ਨੇ ਰੱਖ ਦਿੱਤੀ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਗੁਰਿਆਈ ਧੰਨ ਗੁਰੂ ਅਮਰਦਾਸ ਜੀ ਨੂੰ ਮਿਲੀ। ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਹਜ਼ੂਰੀ ਰਹਿ ਕੇ ਸੇਵਾ ਕੀਤੀ। 12 ਸਾਲ ਲਗਾਤਾਰ ਸੇਵਾ ਕਰਦੇ ਰਹੇ। ਫਿਰ ਗੁਰਿਆਈ ਮਿਲੀ। ਗੁਰਿਆਈ ਦੇ ਤਖਤ ਸੁਸ਼ੋਭਿਤ ਹੋ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ, ਨਾਮਦਾਨ ਦੀ ਦਾਤ ਬਖਸ਼ੀ। 22 ਮੰਜੀਆਂ ਆਪ ਜੀ ਨੇ ਸਥਾਪਿਤ ਕੀਤੀਆਂ, ਪ੍ਰਚਾਰਕ ਥਾਪੇ, ਵੱਡੀਆਂ ਰਹਿਮਤਾਂ ਕੀਤੀਆਂ। ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਪ੍ਰਚਾਰ ਕੇਂਦਰ ਬਣਾਇਆ, ਬੌਲੀ ਦੀ ਰਚਨਾ ਕੀਤੀ। ਬਹੁਤ ਕਿਰਪਾ ਕੀਤੀ ਸਤਿਗੁਰੂ ਨੇ। ਗੁਰ ਅਮਰਦਾਸ ਕੀ ਅਕਥ ਕਥਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਕਥਾ ਅਕਥ ਹੈ, ਕਥਨ ਤੋਂ ਰਹਿਤ ਹੈ। ਇੱਕ ਜੀਹ ਕਛ ਕਹੀ ਨਾ ਜਾਈ, ਜ਼ੁਬਾਨ ਇੱਕ ਹੈ। ਮਹਾਰਾਜ ਦੀ ਕਥਾ ਬਹੁਤੀ ਹੈ, ਕਹੀ ਨਹੀਂ ਜਾ ਸਕਦੀ, ਕੁਛ ਵੀ ਬਿਆਨ ਨਹੀਂ ਕੀਤੀ ਜਾ ਸਕਦੀ। ਪਿੱਛੇ ਆਪਾਂ ਸਰਵਣ ਕਰ ਆਏ ਹਾਂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਿਫਤ ਦੇ ਸਵਈਏ। ਕਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਮਹਾਰਾਜ ਗੁਰੂ ਅਮਰਦਾਸ ਜੀ ਦੀ ਕਥਾ ਅਕਥ ਹੈ, ਇੱਕ ਰਸਨਾ ਇੱਕ ਜੀਭਾ ਦੇ ਨਾਲ ਕਹੀ ਨਹੀਂ ਜਾ ਸਕਦੀ। ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਹੁਣ ਸਾਰੀ ਸ੍ਰਿਸ਼ਟੀ ਨੂੰ ਸੰਸਾਰ ਤੋਂ ਤਾਰਨ ਲਈ ਸੋਢੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਵਡਿਆਈ ਮਿਲੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਿ ਕੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਰਾਮਦਾਸ ਜੀ ਨੇ ਸੇਵਾ ਕੀਤੀ। ਸਤਿਗੁਰੂ ਦੇ ਬਚਨ ਕਮਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦਿਆਂ ਕਰਦਿਆਂ ਸੇਵਕ ਗੁਰੂ ਦੇ ਵਿੱਚ ਹੀ ਅਭੇਦ ਹੋ ਗਏ।
ਤੋ ਮਹਾਰਾਜ ਗੁਰੂ ਅਮਰਦਾਸ ਜੀ ਨੇ ਕਿਰਪਾ ਕੀਤੀ। ਸੋਢੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸ੍ਰਿਸ਼ਟੀ ਨੂੰ ਤਾਰਨ ਵਾਸਤੇ ਗੁਰਤਾ ਗੱਦੀ ਦੀ ਵਡਿਆਈ ਮਿਲੀ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੈ ਵਿਖਾਈ। ਭੱਟ ਕੀਰਤ ਜੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਨੇ। ਆਪਾਂ ਵੀ ਇਸ ਤਰ੍ਹਾਂ ਅਰਦਾਸ ਕਰੀਏ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪ ਜੀ ਹਰ ਰੋਜ਼ ਇਹ ਸਵਈਆ ਸੁਣਦੇ ਹੋ। ਬੇਨਤੀ ਕੀਤੀ ਹੈ ਮਹਾਰਾਜ ਗੁਰੂ ਰਾਮਦਾਸ ਦੇ ਚਰਨਾਂ ਵਿੱਚ, ਸੱਚੇ ਪਾਤਸ਼ਾਹ ਹਮ ਅਵਗਣ ਭਰੇ ਏਕ ਗੁਣ ਨਾਹੀ। ਮਹਾਰਾਜ ਅਸੀਂ ਔਗਣਾਂ ਦੇ ਨਾਲ ਭਰੇ ਹੋਏ ਹਾਂ, ਇੱਕ ਵੀ ਗੁਣ ਨਹੀਂ ਸਾਡੇ ਵਿੱਚ। ਅੰਮ੍ਰਿਤ ਛਾੜ, ਨਾਮ ਅੰਮ੍ਰਿਤ ਨੂੰ ਛੱਡ ਕੇ ਬਿਖੈ ਬਿਖ ਖਾਈ। ਵਿਉ ਜ਼ਹਿਰਾਂ ਦੀ, ਜ਼ਹਿਰ ਜਿਹੜਾ ਨਾ ਵਿਉ ਵਿਕਾਰਾਂ ਦਾ, ਉਹਦਾ ਅਸੀਂ ਸੇਵਨ ਕਰਦੇ ਹਾਂ। ਬਿਖੈ ਬਿਖ ਖਾਈ, ਜ਼ਹਿਰ ਰੂਪ ਵਿਕਾਰਾਂ ਨੂੰ ਹੀ ਅਸੀਂ ਖਾਂਦੇ ਪਏ ਹਾਂ, ਉਹਨਾਂ ਦਾ ਸੇਵਨ ਕਰਦੇ ਹਾਂ, ਨਾਮ ਨਹੀਂ ਜਪਦੇ। ਇਹ ਬੇਨਤੀ ਕਰਨ ਦੀ ਜਾਚ ਸਿਖਾਈ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ, ਹਮ ਮੈਲੇ ਤੁਮ ਊਜਲ ਕਰਤੇ। ਹੇ ਪ੍ਰਮਾਤਮਾ ਅਸੀਂ ਮੈਲੇ ਹਾਂ, ਤੁਸੀਂ ਉਜਲ ਹੋ। ਹਮ ਨਿਰਗੁਣ ਤੂੰ ਦਾਤਾ, ਸਾਡੇ ਵਿੱਚ ਕੋਈ ਗੁਣ ਨਹੀਂ, ਤੁਸੀਂ ਗੁਣਾਂ ਦੇ ਦਾਤੇ ਹੋ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਅਸੀਂ ਪਾਪੀ ਹਾਂ, ਤੁਸੀਂ ਪਾਪਾਂ ਨੂੰ ਖੰਡਨ ਨਾਸ਼ ਕਰਨ ਵਾਲੇ ਹੋ। ਤੁਹਾਡਾ ਸਤ ਸੰਗਤ ਦੇਸ਼ ਬੜਾ ਸੋਹਣਾ ਹੈ, ਕਿਰਪਾ ਕਰੋ ਸਤ ਸੰਗਤ ਰੂਪੀ ਦੇਸ਼ ਦਾ ਮੈਨੂੰ ਵਾਸੀ ਬਣਾ ਦੇਵੋ, ਮੇਰੇ 'ਤੇ ਕਿਰਪਾ ਕਰੋ। ਧੰਨ ਗੁਰੂ ਰਾਮਦਾਸ ਜੀ ਅਸੀਂ ਔਗਣਾਂ ਦੇ ਭਰੇ ਹਾਂ, ਕੋਈ ਗੁਣ ਨਹੀਂ। ਨਾਮ ਅੰਮ੍ਰਿਤ ਨੂੰ ਛੱਡ ਕੇ ਨਿਰਾ ਜ਼ਹਿਰ ਹੀ ਜ਼ਹਿਰ ਖਾਂਦੇ ਹਾਂ, ਭਾਵ ਵਿਕਾਰ ਭੋਗਦੇ ਹਾਂ। ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਸਾਡਾ ਜੀਵਨ ਕੈਸਾ ਹੈ? ਸਾਡੇ ਅੰਦਰ ਮਾਇਆ ਦਾ ਮੋਹ ਹੈ। ਮਾਇਆ ਮੋਹ ਵਿੱਚ ਲੱਗ ਕੇ, ਭਰਮਾਂ ਵਿੱਚ ਪੈ ਕੇ ਅਸੀਂ ਭੁੱਲ ਗਏ, ਸ਼ੁਭ ਮਾਰਗ ਤੋਂ ਭੁੱਲ ਗਏ, ਜ਼ਿੰਦਗੀ ਦੇ ਚੰਗੇ ਰਸਤੇ ਤੋਂ ਅਸੀਂ ਭਟਕ ਗਏ ਹਾਂ। ਸੁਤ ਦਾਰਾ ਸਿਉ ਪ੍ਰੀਤ ਲਗਾਈ, ਸੁਤ ਪੁੱਤਰ ਦਾਰਾ ਇਸਤਰੀ ਦੇ ਨਾਲ ਅਸੀਂ ਪ੍ਰੀਤੀ ਲਾਈ ਹੋਈ ਹੈ। ਤੇਰੇ ਚਰਨਾਂ ਦੇ ਨਾਲ ਪ੍ਰੀਤ ਨਹੀਂ, ਵਾਹਿਗੁਰੂ ਦੇ ਚਰਨਾਂ ਨਾਲ ਪ੍ਰੀਤੀ ਨਹੀਂ, ਪੁੱਤਰ ਇਸਤਰੀ ਵਿੱਚ ਪ੍ਰੀਤ ਲਾਈ ਹੈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਸੰਗਤ, ਇਹ ਇੱਕ ਅਸੀਂ ਉੱਤਮ ਪੰਥ ਸੁਣਿਆ ਹੈ, ਉੱਤਮ ਮਾਰਗ, ਸਭ ਤੋਂ ਸ੍ਰੇਸ਼ਟ ਰਸਤਾ ਸੁਣਿਆ ਹੈ। ਤਿਹ ਮਿਲੰਤ ਜਮ ਤਰਾਸ ਮਿਟਾਈ। ਤੇ ਆਪ ਜੀ ਦੀ ਸਤ ਸੰਗਤ ਦੇ ਵਿੱਚ ਮਿਲ ਕਰਕੇ ਅਸੀਂ ਹੁਣ ਜਮਾਂ ਦਾ ਡਰ ਦੂਰ ਕਰ ਲਿਆ ਹੈ। ਹੁਣ ਜਮਾਂ ਦਾ ਕੋਈ ਡਰ ਨਹੀਂ, ਆਪ ਜੀ ਦੀ ਸੰਗਤ ਵਿੱਚ ਆ ਕੇ ਰਿਹਾ। ਹੁਣ ਤਾਂ ਆਪ ਜਿਹੜਾ ਵੀ ਆਪ ਜੀ ਦੀ ਸੰਗਤ ਵਿੱਚ ਆਉਂਦਾ ਹੈ, ਆਪ ਕਿਰਪਾ ਕਰਦੇ ਹੋ, ਉਹਦੇ ਸਹਾਈ ਹੋਏ ਹੋ। ਸੰਗਤ ਸਭ ਤੋਂ ਉੱਤਮ ਹੈ, ਗੁਰੂ ਕੀ ਸੰਗਤ। ਸਤ ਸੰਗਤ ਕੈਸੀ ਜਾਣੀਐ, ਜਿੱਥੈ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸੋ ਆਪ ਜੀ ਦੀ ਸਤ ਸੰਗਤ, ਇਹ ਅਸੀਂ ਉੱਤਮ ਪੰਥ ਸੁਣਿਆ ਹੈ, ਸਭ ਤੋਂ ਉੱਤਮ ਪੰਥ, ਪੰਥਾਂ ਵਿੱਚੋਂ ਉੱਤਮ ਪੰਥ, ਅਥਵਾ ਇਹ ਮਾਰਗ ਉੱਤਮ ਪੰਥ ਅਸੀਂ ਸੁਣਿਆ ਹੈ। ਤਿਹ ਮਿਲੰਤ ਜਮ ਤਰਾਸ ਮਿਟਾਈ। ਤੇ ਇਸ ਸਤ ਸੰਗਤ ਦੇ ਨਾਲ ਮਿਲ ਕੇ ਹੁਣ ਜਮਾਂ ਦਾ ਡਰ ਮੇਟ ਲਿਆ ਹੈ। ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਖੋ ਸ਼ਰਨਾਈ। ਭੱਟ ਕੀਰਤ ਜੀ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਇੱਕ ਅਰਦਾਸ ਕਰਦੇ ਹੈ। ਸਤਿਗੁਰੂ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਹੈ, ਜੋਦੜੀ ਹੈ, ਗੁਰ ਰਾਮਦਾਸ ਰਾਖਹੁ ਸਰਨਾਈ। ਧੰਨ ਗੁਰੂ ਰਾਮਦਾਸ ਮਹਾਰਾਜ ਮੈਨੂੰ ਆਪਣੀ ਸ਼ਰਨ ਵਿੱਚ ਰੱਖੋ। ਆਪ ਜੀ ਆਪਣੇ ਚਰਨਾਂ ਦੀ ਹਜ਼ੂਰੀ ਵਿੱਚ ਮੈਨੂੰ ਰੱਖੋ।
ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਸੁਖ ਹੀ ਸੁਖ ਹੈ, ਆਨੰਦ ਹੀ ਆਨੰਦ ਹੈ। ਕਬੀਰ ਚਰਨ ਕਮਲ ਕੀ ਮੌਜ ਕਉ, ਕਹਿ ਕੈਸੇ ਉਨਮਾਨ, ਕਹਿਬੇ ਕਉ ਸੋਭਾ ਨਹੀਂ, ਦੇਖਾ ਹੀ ਪ੍ਰਵਾਨ। ਧੰਨ ਨੇ ਉਹ ਜਿਹੜੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਰਹਿੰਦੇ ਹੈ। ਮਹਾਰਾਜ ਆਪ ਜੀ ਆਪਣੇ ਚਰਨਾਂ ਦੀ ਸ਼ਰਨ ਦੇ ਵਿੱਚ ਮੈਨੂੰ ਰੱਖਣਾ ਕਰੋ। ਸੋ ਇੱਥੋਂ ਤੱਕ 4 ਸਵਈਏ ਭੱਟ ਕੀਰਤ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਹੈ। ਕੁੱਲ ਇੱਥੇ 58 ਸਵਈਏ ਹੋ ਗਏ। ਇੱਥੇ 4 ਅੰਕ ਵੀ ਹੈ, 4 ਅੰਕ ਤੋਂ ਅੱਗੇ 2 ਡੰਡੀਆਂ ਪਾ ਕੇ ਫਿਰ 58 ਅੰਕ। ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ 58 ਸਵਈਏ ਇੱਥੋਂ ਤੱਕ ਪੂਰੇ ਹੋ ਗਏ ਹਨ। ਮੋਹ ਮਲ ਬਿਵਸ ਕੀਓ, ਕਾਮ ਗਹਿ ਕੇਸ ਪਛਾੜਿਓ। ਹੁਣ ਅੱਗੇ 2 ਸਵਈਏ ਭੱਟ ਸੱਲ ਜੀ ਦੇ ਉਚਾਰਨ ਕੀਤੇ ਹੈ ਸਤਿਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ। ਮੋਹ ਮਲ ਬਿਵਸ ਕੀਓ, ਕਾਮ ਗਹਿ ਕੇਸ ਪਛਾੜਿਓ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਜਿਸ ਮੋਹ ਨੇ ਸਾਰੇ ਸੰਸਾਰ ਨੂੰ ਜਿੱਤਿਆ ਹੋਇਆ ਹੈ। ਵੱਡੇ ਵੱਡੇ ਰਾਜੇ, ਪੀਰ, ਪੈਗੰਬਰ ਮੋਹ ਵਿੱਚ ਪੈ ਕਰਕੇ ਭੁੱਲ ਗਏ। ਆਪ ਜੀ ਨੇ ਮੋਹ ਰੂਪੀ ਜਿਹੜਾ ਮੱਲ ਪਹਿਲਵਾਨ ਹੈ ਨਾ, ਮੱਲ ਬੇਵੱਸ ਕੀਓ, ਇਹਨੂੰ ਵਿਸ਼ੇਸ਼ ਕਰਕੇ ਆਪਣੇ ਵੱਸ ਵਿੱਚ ਕਰ ਲਿਆ। ਦੇਖੋ ਸਤਿਗੁਰੂ ਦੇ ਅੰਦਰ ਕੋਈ ਮੋਹ ਨਹੀਂ, ਕੋਈ ਵਿਕਾਰ ਨਹੀਂ। ਜੇ ਮੋਹ ਹੁੰਦਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਗੁਰਤਾ ਗੱਦੀ ਪੁੱਤਰਾਂ ਨੂੰ ਦਿੰਦੇ, ਬਾਬਾ ਸ਼੍ਰੀ ਚੰਦ ਜਾਂ ਬਾਬਾ ਲਖਮੀ ਦਾਸ ਨੂੰ, ਕਦੇ ਸੇਵਕ ਭਾਈ ਲਹਿਣੇ ਨੂੰ ਨਾ ਬਖਸ਼ਦੇ। ਫਿਰ ਗੁਰੂ ਅਮਰਦਾਸ ਮਹਾਰਾਜ ਦੇ ਅੰਦਰ ਮੋਹ ਹੁੰਦਾ, ਗੁਰੂ ਅੰਗਦ ਦੇਵ ਜੀ ਦੇ ਅੰਦਰ ਮੋਹ ਹੁੰਦਾ ਤਾਂ ਗੁਰਿਆਈ ਪੁੱਤਰਾਂ ਨੂੰ ਦਿੰਦੇ, ਬਾਬਾ ਦਾਤੂ ਜਾਂ ਬਾਬਾ ਦਾਸੂ ਜੀ ਨੂੰ, ਗੁਰੂ ਅਮਰਦਾਸ ਜੀ ਨੂੰ ਨਾ ਬਖਸ਼ਦੇ। ਇਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਗੁਰਤਾ ਸੇਵਕ ਨੂੰ ਬਖਸ਼ੀ, ਧੰਨ ਗੁਰੂ ਰਾਮਦਾਸ ਜੀ ਨੂੰ, ਬਾਬਾ ਮੋਹਰੀ, ਬਾਬਾ ਮੋਹਨ ਦੋਵਾਂ ਨੂੰ ਛੱਡ ਕੇ। ਗੁਰੂ ਦੇ ਅੰਦਰ ਮੋਹ ਨਹੀਂ। ਜੋ ਯੋਗ ਹੈ, ਜੋ ਅਧਿਕਾਰੀ ਹੈ, ਧੁਰ ਤੋਂ ਹੀ ਜਿਸ ਨੂੰ ਪ੍ਰਾਪਤ ਹੋਣੀ ਲਿਖੀ ਹੈ, ਉਸੇ ਨੂੰ ਆਪ ਗੁਰਿਆਈ ਬਖਸ਼ਦੇ ਰਹੇ। ਸਤਿਗੁਰੂ ਦੇ ਅੰਦਰ ਕੋਈ ਮੋਹ ਨਹੀਂ। ਇਸ ਮੋਹ ਨੇ ਵੱਡਿਆਂ ਵੱਡਿਆਂ ਨੂੰ ਆਪਣੇ ਵੱਸ ਵਿੱਚ ਕਰ ਲਿਆ। ਸ੍ਰੀ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਹੋਇਆ। ਰਾਜਾ ਦਸ਼ਰਥ ਇਹਨਾਂ ਮੋਹ ਪੁੱਤਰ ਦਾ ਉੱਤੇ ਕੋਠੇ 'ਤੇ ਚੜ੍ਹ ਕੇ ਦੇਖਦਾ ਰਿਹਾ। ਜਦੋਂ ਪੁੱਤਰ ਦਿਸਣੋਂ ਹਟ ਗਿਆ, ਕੋਠੇ ਤੋਂ ਛਾਲ ਮਾਰ ਕੇ ਮਰ ਗਿਆ। ਅਭਿਮਨਿਊ ਜੰਗ ਦੇ ਮੈਦਾਨ ਦੇ ਵਿੱਚ ਜਦੋਂ ਮਾਰਿਆ ਜਾਂਦਾ ਹੈ ਤਾਂ ਅਰਜਨ ਪੁੱਤਰ ਦੀ ਮੌਤ ਸੁਣ ਕਰਕੇ ਜੰਗ ਦੇ ਮੈਦਾਨ ਵਿੱਚ ਬੈਠ ਕੇ ਰੋਣ ਲੱਗ ਪੈਂਦਾ ਹੈ। ਇਬਰਾਹੀਮ ਜਦੋਂ ਕਹਿੰਦਾ ਹੈ, ਖੁਦਾ ਮੈਂ ਤੈਨੂੰ ਭੇਟਾ ਦੇਣੀ ਹੈ, ਮੰਗ। ਖੁਦਾ ਕਹਿੰਦਾ ਰਹਿਣ ਦੇ। ਕਹਿੰਦਾ ਨਹੀਂ, ਜਿੱਦ ਕੀਤੀ। ਕਹਿੰਦੇ ਜਿਹੜੀ ਪਿਆਰੀ ਵਸਤੂ ਦੇ ਦੇ। ਇਬਰਾਹੀਮ ਕਹਿੰਦਾ ਮੇਰਾ ਪੁੱਤ ਸਭ ਤੋਂ ਪਿਆਰਾ ਹੈ, ਉਹਦੀ ਬਲੀ ਨਾ ਦੇ ਸਕਿਆ। ਪਰ ਕੁਰਬਾਨ ਜਾਈਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੋਂ। ਸਤਿਗੁਰੂ ਨੇ ਆਪਣੇ ਚਾਰੇ ਲਾਲ ਵਾਰ ਕੇ ਅਕਾਲ ਦਾ ਸ਼ੁਕਰਾਨਾ ਹੀ ਕੀਤਾ, ਮੋਹ ਨਹੀਂ ਕੀਤਾ। ਜੇ ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਚਮਕੌਰ ਦੀ ਗੜੀ ਵਿੱਚੋਂ ਆਪ ਬਾਹਰ ਕੱਢ ਸਕਦੇ ਸੀ ਤਾਂ ਸਾਹਿਬਜ਼ਾਦਿਆਂ ਨੂੰ ਵੀ ਉੱਥੋਂ ਨਾਲ ਲੈ ਕੇ ਜਾ ਸਕਦੇ ਸੀ, ਪਰ ਨਹੀਂ। ਸਤਿਗੁਰੂ ਦੇ ਅੰਦਰ ਮੋਹ ਨਹੀਂ। ਗੁਰੂ ਨੇ ਪੁੱਤਰਾਂ ਔਰ ਸਿੰਘਾਂ ਦੇ ਵਿਚਕਾਰ ਕੋਈ ਭੇਦ ਫਰਕ ਨਹੀਂ ਜਾਣਿਆ, ਇੱਕ ਰੂਪ ਕਰਕੇ ਜਾਣਿਆ ਹੈ। ਇੱਕ ਵਿਦਵਾਨ ਦੇ ਸ਼ਬਦ ਨੇ, ਹੱਥੀਂ ਪੁੱਤਰਾਂ ਨੂੰ ਬਨੋਬਾਸ ਦੇ ਕੇ ਦਸ਼ਰਥ ਮਹਿਲਾਂ ਤੋਂ ਛਾਲ ਮਾਰ ਮੋਇਆ। ਇਬਰਾਹੀਮ ਨੇ ਅੱਖੀਆਂ ਬੰਨ੍ਹ ਲਈਆਂ, ਮਾਰਨ ਲੱਗਾ ਸੀ ਫਿਰ ਤਲਵਾਰ ਰੋਇਆ। ਅਭਿਮਨਿਊ ਦੀ ਸੁਣੀ ਜਦ ਮੌਤ ਅਰਜਨ, ਸਿੱਟ ਰਣ ਦੇ ਵਿੱਚ ਹਥਿਆਰ ਰੋਇਆ। ਸੇਵਕ ਆਖਦਾ ਧੰਨ ਦਸ਼ਮੇਸ਼ ਪਿਤਾ, ਜਿਹੜਾ ਵਾਰ ਕੇ ਨਹੀਂ ਪਰਵਾਰ ਰੋਇਆ। ਸਰਬੰਸ ਸਤਿਗੁਰੂ ਨੇ ਕੁਰਬਾਨ ਕਰ ਦਿੱਤਾ, ਕੋਈ ਮੋਹ ਨਹੀਂ ਹੈ। ਮੋਹ ਮਲ ਬਿਵਸ ਕੀਓ। ਮੋਹ ਹੋਰ ਹੁੰਦਾ ਤੇ ਪਿਆਰ ਹੋਰ ਹੁੰਦਾ। ਮੋਹ ਕਿਸੇ ਸੀਮਾ, ਕਿਸੇ ਦਾਇਰੇ, ਕਿਸੇ ਹੱਦ ਦੇ ਵਿੱਚ ਹੁੰਦਾ ਹੈ। ਪਿਆਰ ਜਿਹੜਾ ਉਹ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈ ਲੈਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ
ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਣ ਵਾਲੀ ਹੈ। ਇਹੀ ਕਾਰਨ ਸਿੱਖੀ ਸਿਧਾਂਤ ਦੇ ਨਿਸ਼ਾਨ ਸੰਦੇਸ਼ ਦਿੰਦੇ ਹੈ, ਇੱਥੇ ਕੋਈ ਜਾਤ ਪਾਤ ਨਹੀਂ। ਆਓ, ਭੁੱਖੇ ਨੂੰ ਲੰਗਰ ਮਿਲੇਗਾ, ਜਿਹਦਾ ਕੋਈ ਨਹੀਂ ਉਹਨੂੰ ਇੱਥੇ ਆਸਰਾ ਮਿਲੇਗਾ। ਸਿੱਖੀ ਦੇ ਨਿਸ਼ਾਨ, ਸਿੱਖੀ ਸਿਧਾਂਤ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ। ਗੁਰੂ ਰਾਮਦਾਸ ਮਹਾਰਾਜ ਮੋਹ ਮੱਲ ਬਿਵਸ ਕੀਓ, ਮੋਹ ਰੂਪੀ ਮੱਲ ਪਹਿਲਵਾਨ ਨੂੰ ਤੁਸੀਂ ਵਿਸ਼ੇਸ਼ ਕਰਕੇ ਆਪਣੇ ਵੱਸ ਵਿੱਚ ਕਰ ਲਿਆ ਹੈ। ਅਥਵਾ ਵਿਦਵਾਨ ਸੱਜਣ ਇਸ ਦਾ ਅਰਥ ਇਸ ਤਰ੍ਹਾਂ ਵੀ ਕਰਦੇ ਹੈ ਵੀ ਮੋਹ ਨੂੰ ਮਲ ਕੇ ਤੁਸੀਂ ਆਪਣੇ ਵੱਸ ਵਿੱਚ ਕਰ ਲਿਆ ਹੈ। ਕਾਮ ਗਹਿ ਕੇਸ ਪਛਾੜਿਓ, ਅਤੇ ਜਿਹੜਾ ਕਾਮ ਹੈ ਇਸ ਨੂੰ ਸੰਕਲਪ ਵਿਕਲਪ ਰੂਪੀ ਕੇਸਾਂ ਤੋਂ ਫੜ ਕੇ ਤੁਸੀਂ ਪਛਾੜਿਓ, ਪਟਕਾ ਕੇ ਮਾਰਿਆ ਹੈ। ਜਿਸ ਕਾਮ ਨੇ ਵੱਡਿਆਂ ਵੱਡਿਆਂ ਨੂੰ ਆਪਣੇ ਵੱਸ ਵਿੱਚ ਕਰ ਲਿਆ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪ੍ਰਮਾਵਣ ਹੈ, ਚਿਤ ਹਰਣੰ ਤ੍ਰੈ ਲੋਕ ਗਮਯੰ ਜਪ ਤਪ ਸੀਲ ਵਿਦਾਰਣ ਹੈ। ਵੱਡੇ ਵੱਡੇ ਰਿਸ਼ੀ ਇਹਦੇ ਵੱਸ ਵਿੱਚ ਹੋ ਗਏ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਜੇ ਸ਼ਿਵਨਾਭ ਕੋਲ ਗਏ ਹੈ ਤਾਂ ਰਾਜੇ ਸ਼ਿਵਨਾਭ ਨੇ ਸਤਿਗੁਰੂ ਦੀ ਪਰਖ ਕਰਨ ਵਾਸਤੇ ਨੌਜਵਾਨ ਇਸਤਰੀਆਂ ਨੂੰ ਭੇਜਿਆ ਸੀ। ਤਾਂ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਪੁੱਤਰੀਆਂ ਕਹਿ ਕੇ ਉਹਨਾਂ ਨੂੰ ਸਤਿਕਾਰ ਦਿੱਤਾ। ਗਾਛਹੁ ਪੁੱਤਰੀ ਰਾਜ ਕੁਆਰ, ਇਸ ਤਰ੍ਹਾਂ ਸ਼ਬਦ ਕਹੇ ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਮਿਹਰ ਦੀ ਦ੍ਰਿਸ਼ਟੀ ਦੇ ਨਾਲ ਹੀ ਉਹਨਾਂ ਦਾ ਜੀਵਨ ਬਦਲ ਕੇ ਰੱਖ ਦਿੱਤਾ। ਸੋ ਗੁਰੂ ਦੇ ਵਿੱਚ ਕੋਈ ਵਿਕਾਰ ਨਹੀਂ। ਕਾਮ ਗਹਿ ਕੇਸ ਪਛਾੜਿਓ, ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਆਪ ਜੀ ਨੇ ਕਾਮ ਨੂੰ ਸੰਕਲਪਾਂ ਵਿਕਲਪਾਂ ਰੂਪ ਕੇਸਾਂ ਤੋਂ ਫੜ ਕੇ ਧਰਤੀ 'ਤੇ ਪਟਕਾ ਮਾਰਿਆ ਹੈ। ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ। ਕ੍ਰੋਧ ਖੰਡ ਪ੍ਰਚੰਡ, ਪ੍ਰਚੰਡ ਜੋ ਤਿੱਖਾ ਕ੍ਰੋਧ ਹੈ ਨਾ, ਗੁੱਸਾ, ਮਹਾਰਾਜ ਆਪ ਜੀ ਨੇ ਖੰਡ ਨਾਸ਼ ਕਰ ਦਿੱਤਾ, ਇਹਦੇ ਟੁਕੜੇ ਟੁਕੜੇ ਕਰ ਦਿੱਤੇ। ਗੁੱਸਾ ਜਦੋਂ ਬੰਦੇ ਨੂੰ ਚੜ੍ਹਦਾ ਨਾ, ਉਦੋਂ ਫਿਰ ਵਹਿੰਦਾ ਨਹੀਂ ਮੇਰੇ ਸਾਹਮਣੇ ਕੀ ਹੈ। ਅੰਧ ਕਰੋਂ ਦ੍ਰਿਗਵੰਤਨ ਕਉ ਸਰੁਤਬੰਤਨ ਕਉ ਬਦਰੋ ਕਰ ਡਾਰੋਂ। ਕ੍ਰੋਧ ਕਹਿੰਦਾ ਜਿਨ੍ਹਾਂ ਨੂੰ ਦਿਸਦਾ ਅੱਖਾਂ ਤੋਂ ਮੈਂ ਉਹਨਾਂ ਨੂੰ ਅੰਨ੍ਹਿਆਂ ਕਰ ਦਿੰਦਾ, ਜਿਹੜੇ ਸੁਣਦੇ ਨੇ ਉਹਨਾਂ ਨੂੰ ਬੋਲੇ ਕਰ ਦਿੰਦਾ। ਬੰਦਾ ਕ੍ਰੋਧ ਵਿੱਚ ਹੋਵੇ, ਉਹਨੂੰ ਕੋਈ ਗੱਲ ਕਹੋ, ਕਹਿੰਦਾ ਉਹਨੂੰ ਸੁਣਦਾ ਹੀ ਨਹੀਂ ਕਿਸੇ ਦਾ, ਕੋਈ ਗੱਲ ਕਹੀ ਜਾਓ। ਸੋ ਮਹਾਰਾਜ ਗੁਰੂ ਰਾਮਦਾਸ ਜੀ ਤੁਹਾਡੇ ਵਿੱਚ ਕ੍ਰੋਧ ਨਹੀਂ। ਵੇਖੋ ਗੁਰੂ ਅਮਰਦਾਸ ਮਹਾਰਾਜ ਨੂੰ ਜਦੋਂ ਬਾਬਾ ਦਾਤੂ ਜੀ ਆ ਕੇ ਗੋਇੰਦਵਾਲ ਦੀ ਧਰਤੀ 'ਤੇ ਲੱਤ ਮਾਰਦੇ ਹੈ, ਗੁਰੂ ਅਮਰਦਾਸ ਜੀ ਨੇ ਕ੍ਰੋਧ ਕੀਤਾ ਹੀ ਨਹੀਂ, ਚਰਨ ਫੜ ਲਏ, ਕਹਿੰਦੇ ਤੁਸੀਂ ਗੁਰੂ ਸਪੁੱਤਰ ਹੋ, ਮੈਂ ਤੁਹਾਡੇ ਸਨਮਾਨ ਲਈ ਖਲੋਤਾ ਨਹੀਂ, ਸਰੀਰ ਮੇਰਾ ਬਿਰਧ ਹੈ, ਤੁਹਾਡੇ ਚਰਨ ਕੋਮਲ ਨੇ, ਸੱਟ ਲੱਗ ਗਈ ਹੋਵੇਗੀ, ਲਿਆਓ ਤੁਹਾਡੇ ਚਰਨ ਨੱਪ ਦਈਏ, ਘੁੱਟ ਦਈਏ। ਐਸੀ ਨਿਮਰਤਾ ਸੀ ਮੇਰੇ ਸਤਿਗੁਰੂ ਦੇ ਵਿੱਚ। ਗੁਰੂ ਰਾਮਦਾਸ ਮਹਾਰਾਜ ਜੀ ਦੇ ਵਿੱਚ ਹੀ ਐਸੀ ਨਿਮਰਤਾ ਸੀ, ਕਦੇ ਕ੍ਰੋਧ ਨਹੀਂ ਕੀਤਾ ਆਪ ਜੀ ਨੇ। ਸਤਿਗੁਰੂ ਰਾਮਦਾਸ ਜੀ ਤਿੱਖੇ ਕ੍ਰੋਧ ਨੂੰ ਆਪ ਜੀ ਨੇ ਖੰਡ ਖੰਡ ਕਰ ਦਿੱਤਾ, ਨਾਸ਼ ਕਰ ਦਿੱਤਾ। ਅਥਵਾ ਕ੍ਰੋਧ ਖੰਡ ਪ੍ਰਚੰਡ, ਆਪ ਜੀ ਨੇ ਆਪਣੇ ਤੇਜ ਪ੍ਰਤਾਪ ਦੇ ਨਾਲ ਕ੍ਰੋਧ ਨੂੰ ਖਤਮ ਕਰ ਦਿੱਤਾ। ਲੋਭ ਅਪਮਾਨ ਸਿਉ ਝਾੜਿਓ, ਤੁਹਾਡੇ ਅੰਦਰ ਪਦਾਰਥਾਂ ਦਾ ਕੋਈ ਲੋਭ ਨਹੀਂ। ਵੱਡੇ ਵੱਡੇ ਲੋਭ ਵਿੱਚ ਪੈ ਕਰਕੇ ਆਪਣਿਆਂ ਦਾ ਕਤਲ ਕਰ ਦਿੰਦੇ ਹੈ। ਲੋਭ ਐਸਾ ਹੈ, ਪੁੱਤ ਪਿਓ ਦਾ ਕਾਤਲ ਬਣ ਜਾਂਦਾ, ਪਿਓ ਪੁੱਤ ਦਾ ਕਾਤਲ ਬਣ ਜਾਂਦਾ ਹੈ। ਪਦਾਰਥਾਂ ਦਾ, ਮਾਇਆ ਦਾ ਐਸਾ ਲੋਭ ਹੈ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਲੋਭ ਨੂੰ ਅਪਮਾਨ, ਲੋਭ ਦਾ ਅਪਮਾਨ ਨਿਰਾਦਰ ਕਰਕੇ ਆਪ ਜੀ ਨੇ ਉਸ ਨੂੰ ਝਾੜ ਦਿੱਤਾ, ਪਰੇ ਕਰ ਦਿੱਤਾ। ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ। ਜਨਮ ਕਾਲ ਕਰ ਜੋੜ, ਜਨਮ ਤੇ ਕਾਲ ਮੌਤ, ਜਨਮ ਤੇ ਮੌਤ ਇਹ ਦੋਵੇਂ ਹੱਥ ਜੋੜ ਕੇ ਤੁਹਾਡੇ ਦਰ 'ਤੇ ਖਲੋਤੇ ਨੇ। ਹੁਕਮ ਜੋ ਹੋਏ ਸੋ ਮੰਨੈ, ਜੋ ਵੀ ਹੁਕਮ ਹੁੰਦਾ ਇਹ ਆਪ ਜੀ ਦੇ ਹੁਕਮ ਨੂੰ ਮੰਨਦੇ ਐ। ਭਵ ਸਾਗਰ ਬੰਦਿਓ ਸਿਖ ਤਾਰੇ ਸੋ ਪ੍ਰਸੰਨੈ। ਭਵ ਸਾਗਰ ਬੰਦਿਓ,
ਸੰਸਾਰ ਸਾਗਰ ਤੋਂ ਪਾਰ ਹੋਣ ਵਾਸਤੇ ਆਪ ਜੀ ਨੇ ਪਰਮਾਤਮਾ ਦੇ ਨਾਮ ਦਾ ਪੁਲ ਬੰਨ੍ਹਿਆ, ਨਾਮ ਰੂਪੀ ਪੁਲ ਬੰਨ੍ਹ ਦਿੱਤਾ। ਜਿਸ ਨਾਮ ਰੂਪੀ ਪੁਲ ਦੇ ਆਸਰੇ ਸਾਰੇ ਸੰਸਾਰ ਸਾਗਰ ਤੋਂ ਤਰ ਜਾਂਦੇ ਹੈ। ਸਿੱਖ ਤਾਰੇ ਸੋ ਪ੍ਰਸੰਨੇ, ਗੁਰੂ ਰਾਮਦਾਸ ਮਹਾਰਾਜ ਜਿਸ ਦੇ ਉੱਤੇ ਤੁਸੀਂ ਪ੍ਰਸੰਨ ਹੋ ਜਾਂਦੇ ਹੋ, ਤਰੁੱਠ ਪੈਂਦੇ ਹੋ, ਉਹਨਾਂ ਸਿੱਖਾਂ ਨੂੰ ਭਵ ਸਾਗਰ ਤੋਂ ਤਾਰ ਦਿੰਦੇ ਹੋ। ਅਨੇਕਾਂ ਹੀ ਸਿੱਖਾਂ ਨੂੰ ਸੰਸਾਰ ਸਾਗਰ ਤੋਂ ਆਪ ਜੀ ਨੇ ਤਾਰਿਆ ਹੈ। ਸਿਰ ਆਤਪਤ ਸੱਚੇ ਤਖਤ, ਜੋਗ ਭੋਗ ਸੰਜਤ ਬਲ। ਇਸ ਨੂੰ ਆਤਪਤ ਨਹੀਂ ਬੋਲਣਾ, ਸਿਰ ਆਤਪਤ, ਸਿਰ ਆਤਪਤ, ਆਤ ਚੌਰ, ਪਤ ਸਿਰ ਦੇ ਉੱਤੇ ਛਤਰ। ਗੁਰੂ ਰਾਮਦਾਸ ਮਹਾਰਾਜ ਜੀ ਆਪ ਜੀ ਦੇ ਸੀਸ ਦੇ ਉੱਤੇ ਚੌਰ ਤੇ ਛਤਰ ਝੂਲਦਾ ਹੈ, ਅਥਵਾ ਜਸ ਰੂਪੀ ਚੌਰ ਛਤਰ ਆਪ ਜੀ ਦੇ ਸੀਸ ਦੇ ਉੱਤੇ ਝੁੱਲ ਰਿਹਾ ਹੈ। ਸੱਚਾ ਤਖਤ, ਗੁਰਤਾ ਗੱਦੀ ਦਾ ਸੱਚਾ ਤਖਤ ਹੈ ਆਪ ਜੀ ਦੇ ਕੋਲ। ਜੋਗ ਭੋਗ ਸੰਜੁਤ ਬਲ, ਜੋਗ ਬਲ ਤੇ ਭੋਗ ਬਲ ਦੇ ਸੰਯੁਕਤ ਹੋ ਆਪ ਜੀ। ਗੁਰੂ ਰਾਮਦਾਸ ਸੱਚ ਸਲ, ਭਣ ਤੂੰ ਅਟਲ ਰਾਜ ਭਗਦਲ। ਗੁਰ ਰਾਮਦਾਸ ਸੱਚ ਸਲ ਭਣ, ਇੱਥੇ ਵਿਸ਼ਰਾਮ ਦੇਣਾ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਪਟ ਸਲ ਜੀ ਕਥਨ ਕਰਦੇ ਨੇ ਮਹਾਰਾਜ, ਸੱਚ ਨਿਸ਼ਚੈ ਕਰਕੇ ਤੂੰ ਅਟਲ ਰਾਜ। ਸੱਚੇ ਪਾਤਸ਼ਾਹ ਜੀ ਆਪ ਜੀ ਦਾ ਰਾਜ ਸਦਾ ਹੀ ਅਟਲ ਹੈ, ਜਿਹੜਾ ਕਦੇ ਵੀ ਟਾਲਿਆ ਨਹੀਂ ਜਾਂਦਾ। ਮਹਾਰਾਜ ਜੀ ਗੁਰਤਾ ਗੱਦੀ ਦਾ ਆਪ ਜੀ ਦਾ ਤਖਤ ਸਦਾ ਹੀ ਕਾਇਮ ਰਹਿਣ ਵਾਲਾ ਹੈ। ਗੁਰ ਰਾਮਦਾਸ ਸੱਚ ਸਲ ਭਣ, ਤੂੰ ਅਟਲ ਰਾਜ ਅਭਗ ਦਲ। ਤੇ ਤੁਹਾਡੀ ਜੋ ਫੌਜ ਹੈ, ਦਲ ਸ਼ੁਭ ਗੁਣਾਂ ਦੀ ਫੌਜ, ਇਹ ਨਾਸ਼ ਤੋਂ ਰਹਿਤ ਹੈ। ਸ਼ੁਭ ਗੁਣਾਂ ਦੀ ਐਸੀ ਫੌਜ ਹੈ ਆਪ ਜੀ ਦੇ ਕੋਲ, ਕਦੇ ਵੀ ਨਾਸ਼ ਨਹੀਂ ਹੁੰਦੀ। ਤੂੰ ਸਤਿਗੁਰੂ ਚੌ ਜੁਗੀ, ਆਪ ਆਪੇ ਪਰਮੇਸ਼ਰ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੁਸੀਂ ਚੌਹਾਂ ਯੁੱਗਾਂ ਦੇ ਵਿੱਚ ਸਤਿਗੁਰੂ ਰੂਪ ਹੋਏ ਹੋ, ਆਪ ਆਪੇ ਹੀ ਪਰਮੇਸ਼ਰ ਰੂਪ ਹੋ। ਸੁਰ ਨਰ ਸਾਧਕ ਸਿੱਧ ਸਿੱਖ ਸਿਵੰਤ, ਤੁਰਹਿ ਤੁਰ। ਸੱਚੇ ਪਾਤਸ਼ਾਹ ਜੀ ਸੁਰ ਦੇਵਤੇ, ਨਰ ਮਨੁੱਖ, ਸਾਧਕ ਸਾਧਨਾ ਕਰਨ ਵਾਲੇ ਜਗਿਆਸੂ, ਸਿੱਧ ਲੋਕ ਤੇ ਸਿੱਖ, ਇਹ ਧੁਰ ਤੋਂ ਹੀ ਆਪ ਜੀ ਦੀ ਸੇਵਾ ਕਰਦੇ ਹੈ, ਆਪ ਜੀ ਨੂੰ ਸਿਮਰਦੇ ਹਨ। ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਹਿ ਲੋਏ। ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਹੁ ਲੋਇ। ਗੁਰੂ ਰਾਮਦਾਸ ਮਹਾਰਾਜ ਆਪ ਆਦ ਤੋਂ ਹੋ, ਸ਼ੁਰੂ ਤੋਂ। ਜੁਗਾਦ, ਫਿਰ ਜਦੋਂ ਯੁੱਗਾਂ ਦਾ ਸਮਾਂ ਸ਼ੁਰੂ ਹੋਇਆ, ਯੁੱਗਾਂ ਦੀ ਗਿਣਤੀ ਸ਼ੁਰੂ ਹੋਈ, ਸਮਾਂ ਹੋਂਦ ਵਿੱਚ ਆਇਆ, ਮਿਥਿਆ ਗਿਆ। ਆਪ ਆਦ ਸ਼ੁਰੂ ਤੋਂ ਹੋ, ਜੁਗਾਦ ਯੁੱਗਾਂ ਤੋਂ ਹੋ, ਆਪ ਅਨਾਦੀ ਸਰੂਪ ਹੋ। ਕਲਾ ਧਾਰੀ ਤ੍ਰਿਹੁ ਲੋਇ। ਸੱਚੇ ਪਾਤਸ਼ਾਹ ਤਿੰਨਾਂ ਹੀ ਲੋਕਾਂ ਦੇ ਵਿੱਚ ਆਪ ਜੀ ਨੇ ਕਲਾ ਸ਼ਕਤੀ ਧਾਰਨ ਕੀਤੀ ਹੈ। ਆਗਮ ਨਿਗਮ ਉਦਰਣ ਜਰਾ ਜਮਹਿ ਆਰੋਹੈ। ਆਗਮ ਨਿਗਮ ਉਦਾਹਰਣ ਜਰਾ ਜੰਮਹਿ ਆਰੋਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵੇਦਾਂ ਸ਼ਾਸਤਰਾਂ ਨੂੰ ਤਾਰਨ ਵਾਸਤੇ ਆਪ ਦਾ ਅਵਤਰਨ ਹੋਇਆ ਹੈ। ਜਰਾ ਜੰਮਹਿ ਆਰੋਹੈ, ਜਰਾ ਬੁਢੇਪਾ ਤੇ ਜੰਮਹਿ ਜਮ, ਇਹਦੇ ਤੇ ਆਪ ਜੀ ਆਰੋਹੈ ਅਸਵਾਰ ਹੋ। ਭਾਵ ਜਰਾ ਦਾ, ਬੁਢੇਪੇ ਦਾ ਔਰ ਜਮ ਦਾ, ਆਪ ਇਹਨਾਂ ਦੇ ਉੱਤੇ ਆਪ ਜੀ ਦਾ ਕਾਬੂ ਹੈ। ਗੁਰ ਅਮਰਦਾਸ ਥਿਰ ਥਪਿਓ, ਪਾਰਗ੍ਰਾਮੀ ਤਾਰਨ ਤਰਣ। ਪਾਰਗ੍ਰਾਮੀ ਨਹੀਂ, ਪਰਗਾਮੀ। ਗੁਰ ਅਮਰਦਾਸ ਥਿਰ ਥਪਿਓ। ਗੁਰੂ ਰਾਮਦਾਸ ਮਹਾਰਾਜ ਆਪ ਜੀ ਨੂੰ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਦੇ ਉੱਤੇ ਸਥਾਪਿਤ ਕਰਕੇ ਸਦਾ ਲਈ ਟਿਕਾ ਦਿੱਤਾ। ਪਰਗਾਮੀ ਤਾਰਨ ਤਰਨ। ਸੱਚੇ ਪਾਤਸ਼ਾਹ ਆਪ ਸੰਸਾਰ ਤੋਂ ਤਾਰਨ ਵਾਸਤੇ ਜਹਾਜ਼ ਰੂਪ ਹੋ, ਔਰ ਸੰਸਾਰ ਗ੍ਰਾਮ ਤੋਂ ਪਰਾ ਰੂਪ ਹੋ, ਅਥਵਾ ਪਰਗਾਮੀ ਸੰਸਾਰ ਤੋਂ ਤਾਰਨ ਵਾਲੇ ਹੋ। ਅਗੇ ਅੰਤਕ ਸਮਦੈ ਨ ਸਲ ਕਵ, ਗੁਰੂ ਰਾਮਦਾਸ ਤੇਰੀ ਸ਼ਰਨ। ਅਗ ਅੰਤਕ ਬਦੈ ਨ ਸਲ ਕਵ। ਕਵੀ ਸਲ ਜੀ, ਭੱਟ ਸਲ ਜੀ ਕਥਨ ਕਰਦੇ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ
ਆਪ ਜੀ ਅਗ ਅੰਤਕ, ਅਗ ਜਿਹੜੇ ਪਾਪ ਨੇ ਉਹਨਾਂ ਨੂੰ ਅੰਤਕ ਨਾਸ਼ ਕਰਨ ਵਾਲੇ ਹੋ। ਵਧੈ ਨਾ, ਹੋਰ ਕਿਸੇ ਨੂੰ ਵੀ ਮੈਂ ਤੁਹਾਡੇ ਬਰਾਬਰ ਨਹੀਂ ਸਮਝਦਾ ਵੀ ਤੁਹਾਡੇ ਵਰਗਾ ਕੋਈ ਹੋਰ ਵੀ ਹੈ ਦੁਨੀਆ 'ਤੇ, ਕੋਈ ਨਹੀਂ। ਤੁਸੀਂ ਪਾਪਾਂ ਦੇ ਨਾਸ਼ ਕਰਨ ਵਾਲੇ ਹੋ। ਤੁਹਾਡੇ ਵਰਗਾ ਹੋਰ ਕੋਈ ਹੈ ਹੀ ਨਹੀਂ। ਗੁਰ ਰਾਮਦਾਸ ਤੇਰੀ ਸਰਣ, ਧੰਨ ਗੁਰੂ ਰਾਮਦਾਸ ਮਹਾਰਾਜ ਜੀ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆ ਪਿਆ ਹਾਂ। ਕਿਰਪਾ ਕਰੋ, ਮਿਹਰ ਕਰੋ, ਸਿਰ 'ਤੇ ਮਿਹਰ ਭਰਿਆ ਹੱਥ ਰੱਖੋ। ਮੈਨੂੰ ਵਿਕਾਰਾਂ ਤੋਂ, ਬੁਰਾਈਆਂ ਤੋਂ ਤੁਸੀਂ ਕਿਰਪਾ ਕਰਕੇ ਬਚਾ ਕੇ ਰੱਖ ਲਵੋ। ਸੋ ਇਹ 2 ਸਵਈਏ ਭੱਟ ਸੱਲ ਜੀ ਦੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਿਫਤ ਵਿੱਚ ਉਚਾਰਨ ਕੀਤੇ ਹੈ। ਸੋ ਇੱਥੋਂ ਤੱਕ 60 ਸਵਈਏ ਪੂਰੇ ਹੋਏ ਨੇ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ, ਜੋ ਭੱਟਾਂ ਨੇ ਉਚਾਰਨ ਕੀਤੇ ਹੈ। ਇੱਥੇ ਅੰਕ 60 ਵੀ ਪਾਇਆ ਹੋਇਆ ਨਾਲ। ਕੁੱਲ ਸਵਈਆਂ ਦੀ ਗਿਣਤੀ ਜੋ ਗੁਰੂ ਰਾਮਦਾਸ ਜੀ ਦੀ ਸਿਫਤ ਵਿੱਚ ਨੇ 60 ਹੈ। ਇਸ ਤੋਂ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਚਮ ਪਾਤਸ਼ਾਹ ਸਤਿਗੁਰੂ ਜੀ ਦੀ ਸਿਫਤ ਵਿੱਚ ਉਚਾਰਨ ਕੀਤੇ ਸਵਈਆਂ ਦੀ ਵਿਚਾਰ ਆਰੰਭ ਹੋਵੇਗੀ। ਪਾਵਨ ਅੰਮ੍ਰਿਤ ਬਾਣੀ ਦੀ ਵਿਚਾਰ ਕਰਦੇ ਹਾਂ। ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਸੰਗਤ ਨੇ ਹੋਈਆਂ ਭੁੱਲਾਂ ਦੀ ਮੁਆਫੀ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਲਿਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਣਹਾਰ। ਬਖਸ਼ਨਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਗੁਰ ਅਮਰਦਾਸ ਸਿਰ ਥਪਿਓ, ਪਰਗਾਮੀ ਤਾਰਨ ਤਰਨ। ਅਗਿਅੰਤਕ ਵਧੈ ਨ ਸਲ, ਕਬ ਗੁਰ ਰਾਮਦਾਸ ਤੇਰੀ ਸ਼ਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।